साहिब जी आसा महला पंजवा। अपनी भगत निवाहे ठाकुर आयो आहे। अपनी भगत निवाहे ठाकुर आयो आहे। रहाओ नाम पदार्थ होए सकारथ हृदय चरण बसाहे। ए मुक्ता ए जुगता राखो संत संगाहे। नाम ते आवो सहज समावो नानक हर गुण गाहे। नाम ते आवो सहज समावो नानक हर गुण गाहे। वाहिगुरु जी का खालसा वाहिगुरु जी की। सतगुरु जी दी पावन पवित्र गोद विच सुभाएमान गुरु रूप गुरु खालसा साध संगत जी अमृत वेले दे दीवान विच हाजरी भरदियां जीवन दियां अमोलक घड़ियां नूं आप जी सफल कर रहे हो। हजूर दे पावन बचन अज जो लड़ीवार शब्द है सतगुरु गुरु ग्रंथ साहिब जी दे स्वरूप अंदर पंजवें पातशाह गुरु अर्जन देव महाराज सच्चे पातशाह जी दी अमृत बाणी विचों आसा राग दा ए शब्द कि हे प्रभु मैं तेरी शरण विच आया। पुछया की लैण वास्ते की मंगण वास्ते। जवाब मिलिया जेड़ी मैं तेरे नाल प्रीत पाई है संबंध जोड़िया है मेरी बेनती है कि ये संबंध किदे अध विच ना टुट जाए ये तोड़ निभ जाए। अपनी भगत निभाहे ठाकुर आयो आहे। मैं तेरी शरण विच आया। अगले बचनां विच हजूर ने कृपा कीती कहन लगे मेरी यही मंग है तेरी याद बनी रहे ते हिरदे विच तेरा निवास टिकिया रहे। इस छोटे शब्द दे अंदर सतगुरां ने यही कृपा कीती कि परमात्मा दे दर ते एक जगयासू जिस दा संबंध उस निरंकार नाल प्यार है प्रीत है वो ये बार बार बेनती करदा है कि ये लगी हुई प्रीत जिहड़ी है ये तोड़ निभ जाए। इस प्रीत दे विच भंगना ना पवे इहदे विच तोड़ ना आ जाए इस विच कमी ना आए। गुरु ग्रंथ साहिब जी दी पावन बाणी विच इस संबंध विच जगयासू दी अरदास अनेक रूपां विच सतगुरां ने वर्णन कीती है। इहदे नाल नाल अज दा दिन जो है गुरु अमरदास सच्चे पातशाह जी दा ज्योति जोत दिवस गुरु रामदास जी दा गदी निशानी दिन गुरु रामदास जी दा ज्योति जोत गुरपुरब और गुरु अर्जन देव जी दा तखत ते विराजन दा दिन ये मनिया गया है। अखीर विच यतन करांगे कि सतगुरां दे संखेप मात्र इतिहास ते झात पाई जाए। पहला लड़ीवार शब्द
ਜਿਹਦੇ ਵਿੱਚ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਤੇਰੇ ਨਾਲ ਲੱਗੀ ਹੋਈ ਪ੍ਰੀਤ ਤੋੜ ਨਿਭ ਜਾਏ। ਇਹ ਕਿਰਪਾ ਕਰਨੀ, ਰਹਿਮਤ ਕਰਨੀ, ਇੱਕ ਤਰ੍ਹਾਂ ਦਾ ਇਹ ਤੌਖਲਾ, ਇਹ ਡਰ ਭਰੀ ਬੇਨਤੀ ਸਤਿਗੁਰਾਂ ਨੇ ਕਰਨ ਦੀ ਜਾਚ ਦੱਸੀ ਹੈ। ਆਓ ਗੁਰੂ ਕੇ ਸਵਾਰਿਓ ਇਸ ਪਾਵਨ ਬਚਨ ਦੇ ਨਾਲ ਜੁੜਨ ਦਾ ਯਤਨ ਕਰੀਏ। ਸਮੂਹ ਸਾਧ ਸੰਗਤ ਜੋ ਆਪ ਗੁਰੂ ਦਰਬਾਰ ਅੰਦਰ ਗੁਰੂ ਚਰਨਾਂ ਵਿੱਚ ਪਹੁੰਚੇ ਹੋ ਔਰ ਦੂਰ ਨੇੜੇ ਸਾਧਨਾ ਦੇ ਰਾਹੀਂ ਗੁਰੂ ਕੇ ਸ਼ਬਦ ਨਾਲ ਜੁੜ ਬੈਠੇ ਹੋ, ਸਾਰੀ ਕਿਰਪਾਲਤਾ ਕਰੋ, ਰਸਨਾ ਕਰੋ ਪਵਿੱਤਰ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਿਰਪਾਲਤਾ ਕਰੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਤਨਾ ਕੋਈ ਮਨੁੱਖ ਕਿਸੇ ਉੱਚੀ ਥਾਂ ਤੇ ਪਹੁੰਚਣ ਦਾ ਯਤਨ ਕਰਦਾ ਹੈ, ਉਤਨਾ ਹੀ ਉਸ ਦੇ ਡਿੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜੋ ਤੁਰਦੇ ਨਹੀਂ, ਜੋ ਖੜੇ ਨਹੀਂ ਹੁੰਦੇ, ਉਹਨਾਂ ਨੂੰ ਡਿੱਗਣ ਦਾ ਕੀ ਡਰ ਹੈ। ਜਿਹੜੇ ਸਫ਼ਰ ਹੀ ਨਹੀਂ ਕਰਦੇ, ਉਹਨਾਂ ਨੂੰ ਕੋਈ ਭੈ ਨਹੀਂ, ਕਿਉਂਕਿ ਪਏ ਹੋਏ ਨੇ, ਮੁਰਦੇ ਦੀ ਤਰ੍ਹਾਂ ਨੇ, ਤੁਰਦੇ ਨਹੀਂ ਹਨ। ਜਿਹੜੇ ਲੋਕ ਉੱਚੀ ਅਵਸਥਾ ਵਿੱਚ ਉੱਚੇ ਥਾਵਾਂ ਤੇ ਪਹੁੰਚਣਾ ਚਾਹੁੰਦੇ ਨੇ, ਸਿਖਰ ਤੇ ਜਾਣਾ ਚਾਹੁੰਦੇ ਨੇ, ਉਹਨਾਂ ਦੀਆਂ ਜਿਹੜੀਆਂ ਮੰਜ਼ਲਾਂ ਨੇ ਬਹੁਤ ਦੂਰ ਹੁੰਦੀਆਂ ਨੇ, ਉਹਨਾਂ ਦੇ ਰਸਤੇ ਬੜੇ ਵਿਖੜੇ ਹੁੰਦੇ ਨੇ। ਉਹਨਾਂ ਰਸਤਿਆਂ ਦੇ ਵਿੱਚ ਬੜੇ ਵੱਡੇ ਟੋਏ ਤੇ ਟਿੱਬੇ, ਤਿਲਕਣਬਾਜ਼ੀ, ਚਿੱਕੜ, ਗਰਮੀ, ਠੰਡ ਤੇ ਹੋਰ ਬਹੁਤ ਕੁਝ ਆਉਂਦਾ ਹੈ। ਜਿਤਨਾ ਹੀ ਕੋਈ ਉੱਚੀ ਥਾਂ ਤੇ ਜਾਣਾ ਚਾਹੁੰਦਾ ਹੈ, ਉਤਨਾ ਹੀ ਉਸ ਦੇ ਜੀਵਨ ਦੇ ਵਿੱਚ ਡਰ ਵੱਧ ਜਾਂਦਾ ਹੈ, ਭੈ ਵੱਧ ਜਾਂਦਾ ਹੈ। ਤੇ ਜਿਤਨਾ ਡਰ ਵੱਧਦਾ, ਉਤਨੀ ਸਾਵਧਾਨੀ ਵੱਧ ਜਾਂਦੀ ਹੈ। ਜਿਤਨੀ ਸਾਵਧਾਨੀ ਵੱਧਦੀ, ਉਨਾ ਧਿਆਨ ਇਕਾਗਰ ਹੋ ਜਾਂਦਾ ਹੈ। ਜਿਤਨਾ ਧਿਆਨ ਇਕਾਗਰ ਹੁੰਦਾ ਹੈ, ਉਤਨਾ ਹੀ ਸੁਰਤ ਜ਼ਿਆਦਾ ਸਫ਼ਰ ਕਰਦੀ ਹੈ। ਇਸ ਕਰਕੇ ਅੱਜ ਦੇ ਸ਼ਬਦ ਵਿੱਚ ਸਤਿਗੁਰਾਂ ਨੇ ਕਿਰਪਾ ਕਰਕੇ ਬਚਨ ਕੀਤਾ, ਅਰਦਾਸ ਕੀਤੀ ਉਸ ਰੱਬ ਦੇ ਚਰਨਾਂ ਵਿੱਚ, ਸਾਨੂੰ ਅਰਦਾਸ ਕਰਨ ਦੀ ਜਾਚ ਦੱਸੀ ਕਿ ਜੇ ਤੂੰ ਪਰਮਾਤਮਾ ਦੇ ਘਰ ਵੱਲ ਤੁਰਿਆ ਹੈ, ਗੁਰੂ ਨਾਨਕ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰ ਰਿਹਾ ਹੈ, ਤੇ ਫਿਰ ਉਹਦੇ ਚਰਨਾਂ ਵਿੱਚ ਇੱਕ ਅਰਦਾਸ ਕਰਕੇ ਮੇਰੀ ਇਹ ਲੱਗੀ ਹੋਈ ਪ੍ਰੀਤ ਤੋੜ ਤੱਕ ਨਿਭ ਜਾਏ। ਕਿਉਂਕਿ ਕਈ ਵਾਰੀ ਮਨੁੱਖ ਥੋੜਾ ਜਿਹਾ ਤੁਰ ਕੇ ਹੰਕਾਰੀ ਹੋਣਾ ਸ਼ੁਰੂ ਹੋ ਜਾਂਦਾ ਹੈ। ਜ਼ਰੂਰੀ ਨਹੀਂ ਕਿ ਸੰਸਾਰ ਦੀ ਦੌਲਤ ਵਧੇ, ਸੰਸਾਰ ਦਾ ਧਨ ਵਧੇ ਤੇ ਮਨੁੱਖ ਵਿੱਚ ਮਾਣ ਵਧੇ। ਬਹੁਤੀ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਧਰਮ ਦੀ ਦੌਲਤ ਵਧਣ ਦੇ ਨਾਲ ਵੱਧਦੀ ਨਹੀਂ, ਥੋੜੀ ਜਿਹੀ ਆਉਂਦੀ ਹੈ, ਝਲਕ ਮਾਤਰ, ਬਿਲਕੁਲ ਕਿਣਕਾ ਮਾਤਰ, ਥੋੜੀ ਜਿਹੀ। ਉਹਨੂੰ ਵੇਖ ਕੇ, ਉਸ ਨੂੰ ਫੜ ਕੇ ਹੀ ਇੱਕ ਛੋਟਾ ਜਿਹਾ ਮਾਣ ਨਾਲ ਪਣਪ ਲੈਂਦਾ ਹੈ, ਪੈਦਾ ਹੋ ਜਾਂਦਾ ਹੈ, ਜਿਹੜਾ ਫਿਰ ਧਰਮ ਨੂੰ ਪ੍ਰਫੁੱਲਿਤ ਨਹੀਂ ਹੋਣ ਦਿੰਦਾ, ਉੱਗਿਆ ਰਹਿੰਦਾ ਹੈ। ਜਿਵੇਂ ਮੈਂ ਉਦਾਹਰਨ ਦੇ ਦਿਆਂ, ਇੱਕ ਫੁੱਲ ਉੱਗਦਾ ਬਗੀਚੇ ਵਿੱਚ, ਉਹਦੇ ਨਾਲ ਨਦੀਨ ਵੀ ਉੱਗ ਪੈਂਦਾ ਹੈ, ਉਹਦੇ ਨਾਲ ਕਬਾੜ ਵੀ ਉੱਗ ਪੈਂਦਾ ਹੈ। ਫਿਰ ਜਿਹੜੀ ਖੁਰਾਕ ਉਸ ਫੁੱਲ ਨੂੰ ਮਾਲੀ ਦਿੰਦਾ ਹੈ, ਉਸ ਬੂਟੇ ਨੂੰ ਦਿੰਦਾ ਹੈ, ਖਾਦ ਪਾਉਂਦਾ ਹੈ, ਦਵਾਈ ਪਾਉਂਦਾ ਹੈ, ਉਹਦੇ ਦੁਆਲੇ ਉੱਗਿਆ ਹੋਇਆ ਨਦੀਨ ਤੇ ਘਾਹ ਤੇ ਕਬਾੜ ਜਿਹੜਾ ਹੈ, ਉਸ ਦਵਾਈ ਦੇ ਵਿੱਚੋਂ, ਉਸ ਖੁਰਾਕ ਦੇ ਵਿੱਚੋਂ ਹਿੱਸਾ ਬਣਾਉਣਾ ਸ਼ੁਰੂ ਕਰ ਦਿੰਦਾ। ਉਸ ਬੂਟੇ ਨੂੰ ਪੂਰੀ ਖੁਰਾਕ ਨਹੀਂ ਮਿਲਦੀ, ਖੁਰਾਕ ਨਾ ਮਿਲਣ ਕਰਕੇ ਉਹ ਪੂਰਾ ਵੱਧਦਾ ਨਹੀਂ, ਉਹਦੇ ਪੱਤੇ ਪੂਰੇ ਨਹੀਂ ਵੱਧਦੇ, ਉਸ ਨੂੰ ਫੁੱਲ ਨਹੀਂ ਲੱਗਦਾ, ਫੁੱਲ ਖਿੜਦਾ ਹੀ ਨਹੀਂ ਹੈ। ਜਦੋਂ ਕੋਈ ਮਨੁੱਖ ਆਪਣੀ ਜੀਵਨ ਦੀ ਭੂਮੀ ਵਿੱਚ, ਜੀਵਨ ਦੀ ਧਰਤੀ ਵਿੱਚ ਪਰਮਾਤਮਾ ਦੇ ਸ਼ਬਦ ਰੂਪੀ ਬੀਜ ਨੂੰ ਬੀਜਦਾ ਹੈ, ਤਾਂ ਸੁਭਾਵਿਕ ਹੈ, ਕਿਉਂਕਿ ਉਹਦੇ ਜਿਸ ਥਾਂ ਤੇ ਸ਼ਬਦ ਬੀਜਿਆ ਗਿਆ ਉਹਦੇ ਵਿੱਚ ਵਿਕਾਰਾਂ ਦੇ ਬੀਜ ਵੀ ਲੁਕੇ ਹੋਏ ਨੇ, ਜਿਹੜੇ ਅਜੇ ਸਾਨੂੰ ਦਿਸਦੇ ਨੇ। ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਵਿੱਚ ਕਿੰਨੇ ਕੁ ਵਿਕਾਰ ਪਏ ਨੇ। ਇਹ ਸਾਡੇ ਆਪਣੇ ਆਪਣੇ ਜੀਵਨ ਦਾ ਤਜਰਬਾ ਹੈ। ਜਿਹੜੇ